ਜੇ ਅਸੀਂ ਪਿਛਲੇ ਕੁਝ ਸਾਲਾਂ ਦਾ ਵੀ ਵੈਦਰ ਰਿਕਾਰਡਸ ਦੇਖੀਏ ਤਾਂ ਜਿਹੜੀ ਵੈਦਰ ਵੇਰੀਏਬਿਲਿਟੀ ਬਹੁਤ ਵੱਧ ਗਈ ਹੈਗੀ ਆ। ਸੋ ਜਿਵੇਂ ਅੱਜ ਕੱਲ੍ਹ ਦਾ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ, ਕੱਲ੍ਹ ਦਾ ਅਸੀਂ ਮੈਕਸਿਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਦੋਂ ਕਿ 3 ਮਈ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਹੈਗਾ ਜੀ। ਇਸੇ ਤਰ੍ਹਾਂ ਜੇ ਅਸੀਂ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ, ਅੱਜ 17.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨਾਰਮਲ ਅੱਜ ਦਾ 20.8 ਡਿਗਰੀ ਸੈਂਟੀਗ੍ਰੇਡ ਹੈਗਾ। ਸੋ ਦੋਨੋਂ ਜਿਹੜੇ ਮੈਕਸਿਮਮ ਐਂਡ ਮਿਨੀਮਮ ਟੈਂਪਰੇਚਰ ਦੋਨੋਂ ਹੀ ਬਿਲੋ ਨਾਰਮਲ ਚੱਲ ਰਹੇ ਹੈਗੇ ਨੇ। ਸੋ ਪਿਛਲੇ ਕੁਝ ਦਿਨਾਂ ਤੋਂ ਵੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕਲਾਊਡੀਨੈਸ, ਲਾਈਟ ਰੇਨ ਕਾਫੀ ਥਾਵਾਂ 'ਤੇ ਜਾਂ ਗਸਟੀ ਵਿੰਡਸ, ਲਾਈਟਨਿੰਗ ਹੁੰਦੀ ਰਹੀ ਆ। ਸੋ ਆਉਣ ਵਾਲੇ ਵੀ ਜਿਹੜੇ 2-3 ਦਿਨ ਹੈਗੇ ਆ, ਇਹਨਾਂ ਦੇ ਵਿੱਚ ਕਿਤੇ ਕਿਤੇ ਪੰਜਾਬ ਦੇ ਵਿੱਚ ਲਾਈਟਨਿੰਗ ਜਾਂ ਥੰਡਰ ਸ਼ਾਵਰ ਜਾਂ ਲਾਈਟ ਰੇਨ ਹੋ ਸਕਦੀ ਹੈ। ਹੈਲੋ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ। ਸੋ ਦੋਸਤੋ, ਅਗਰ ਗੱਲ ਕਰੀਏ ਮਈ ਦੇ ਮਹੀਨੇ ਦੀ, ਅਸੀਂ ਮਈ ਦੇ ਮਹੀਨੇ ਵਿੱਚ ਐਂਟਰ ਕਰ ਚੁੱਕੇ ਹੈਗੇ ਔਰ ਇਹ ਮਹੀਨਾ ਇੱਦਾਂ ਦਾ ਹੁੰਦਾ ਕਿ ਜਿਸ ਸਮੇਂ 40 ਤੋਂ ਲੈ ਕੇ 50 ਡਿਗਰੀ ਤੱਕ ਤਾਪਮਾਨ ਵਧਿਆ ਹੁੰਦਾ ਹੈ ਔਰ ਹਰ ਪਾਸੇ ਗਰਮੀ ਦੀ ਗੂੰਜ, ਗਰਮੀ ਦੀ ਚਰਚਾਵਾਂ ਚੱਲ ਰਹੀਆਂ ਹੁੰਦੀਆਂ ਨੇ ਕਿ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਹੈ, ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕੇ, ਕੀ ਖਾਇਆ ਜਾਏ, ਕੀ ਨਾ ਖਾਇਆ ਜਾਏ। ਲੇਕਿਨ ਇਸ ਵਾਰੀ ਮੌਸਮ ਦਾ ਕਰਵਟ ਕੁਝ ਅਲੱਗ ਹੀ ਚੱਲ ਰਿਹਾ ਹੈ, ਮੌਸਮ ਦਾ ਮਿਜਾਜ ਕੁਝ ਅਲੱਗ ਹੀ ਚੱਲ ਰਿਹਾ ਹੈ। ਗਰਮੀ ਦੇ ਮਹੀਨੇ ਦੇ ਵਿੱਚ ਜਿੱਥੇ ਕਿ ਲੋਕੀ ਇਸ ਸਮੇਂ ਠੰਡੀਆਂ ਲੱਸੀਆਂ ਪੀ ਰਹੇ ਹੁੰਦੇ ਨੇ, ਉਸ ਸਮੇਂ ਗਰਮ ਚਾਹਾਂ ਅਤੇ ਪਕੌੜੇ ਚੱਲ ਰਹੇ ਨੇ, ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਬਹੁਤ ਹੀ ਵੱਡਾ, ਛੋਟਾ ਨਹੀਂ ਬਹੁਤ ਹੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਰ ਇਸ ਸਮੇਂ ਵੀ ਅਸੀਂ ਪਹੁੰਚੇ ਹੋਏ ਹਾਂ PIU ਦੇ ਕਲਾਈਮੇਟ ਚੇਂਜ ਡਿਪਾਰਟਮੈਂਟ 'ਤੇ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੰਟਰਵਿਊ ਦੇ ਦੌਰਾਨ ਵੀ ਇਸ ਸਮੇਂ ਵੀ ਪੱਖੇ ਜਿਹੜੇ ਉੱਪਰ ਨੇ ਉਹ ਟੋਟਲੀ ਬੰਦ ਹੈਗੇ ਨੇ, ਜਦ ਕਿ ਇਸ ਟਾਈਮ ਤੇ ਵਿੱਚ ਸਰਕਾਰੀ ਦਫ਼ਤਰਾਂ ਤੇ AC ਚੱਲ ਰਹੇ ਹੁੰਦੇ ਸੀਗੇ, ਪੱਖੇ ਚੱਲ ਰਹੇ ਹੁੰਦੇ ਸੀਗੇ, ਲੇਕਿਨ ਇਸ ਸਮੇਂ ਪੱਖੇ ਟੋਟਲੀ ਬੰਦ ਨੇ ਔਰ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਘਰਾਂ ਦੇ ਵਿੱਚ ਵੀ AC ਟੋਟਲੀ ਬੰਦ ਨੇ ਔਰ ਜੇ ਚੱਲ ਰਹੇ ਆ ਪੱਖੇ ਤਾਂ ਬਹੁਤ ਸਲੋ ਚੱਲ ਰਿਹਾ ਔਰ ਇੱਥੇ ਤੱਕ ਕਿ ਰਾਤ ਨੂੰ ਠੰਡ ਵੀ ਹੋ ਜਾਂਦੀ, ਜਿਸ ਵਜ੍ਹਾ ਦੇ ਨਾਲ ਚਾਦਰਾਂ ਤੱਕ ਕੱਢੀਆਂ ਪੈ ਗਈਆਂ ਨੇ। ਸੋ ਆਓ ਫਿਰ ਗੱਲ ਕਰਦੇ ਹਾਂ ਇਸ ਸਮੇਂ ਮੌਸਮ ਮਾਹਿਰ ਜਿਹੜੇ ਸਾਡੇ ਹੈਗੇ ਨੇ ਮੈਮ ਪਵਨੀਤ ਕੌਰ ਕਿੰਗਰਾ ਜੀ, ਜਾਣਦੇ ਹਾਂ ਕਿ ਇੰਨਾ ਵੱਡਾ ਬਦਲਾਅ ਮਈ ਦੇ ਮਹੀਨੇ ਵਿੱਚ ਕਿਉਂ ਦੇਖਣ ਨੂੰ ਮਿਲ ਰਿਹਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਰਹੇਗਾ, ਕਿਉਂਕਿ ਲਗਾਤਾਰ 3 ਤੋਂ 4 ਦਿਨ ਹੋ ਗਏ ਨੇ ਜੋ ਕਿ ਬਾਰਿਸ਼ ਦੀ ਬੂੰਦਾਬਾਂਦੀ ਵੀ ਚੱਲ ਰਹੀ ਹੈ ਔਰ ਕਈ ਜਗ੍ਹਾ ਤੇ ਬਾਰਿਸ਼ ਕਾਫੀ ਜ਼ਿਆਦਾ ਵੀ ਪੈ ਰਹੀ ਹੈ। ਤੇ ਆਓ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ, ਇੰਨਾ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ, ਸਪੈਸ਼ਲੀ ਅਗਰ ਲੁਧਿਆਣੇ ਦੀ ਗੱਲ ਕਰੀਏ ਤਾਂ ਲਗਾਤਾਰ ਮਈ ਦਾ ਮਹੀਨਾ ਚੱਲ ਰਿਹਾ, ਪੱਖੇ ਬੰਦ ਨੇ ਔਰ ਸਵੇਰੇ ਠੰਡ ਰਹਿੰਦੀ ਹੈ, ਕਿੱਦਾਂ ਦਾ ਬਦਲਾਅ ਦੇਖਣ ਨੂੰ ਮਿਲ ਰਿਹਾ, ਕਿਉਂ ਇੱਦਾਂ ਦੇਖਣ ਨੂੰ ਮਿਲ ਰਿਹਾ? ਬਿਲਕੁਲ ਜੀ, ਜੇ ਅਸੀਂ ਪਿਛਲੇ ਕੁਝ ਸਾਲਾਂ ਦਾ ਵੀ ਵੈਦਰ ਰਿਕਾਰਡਸ ਦੇਖੀਏ ਤਾਂ ਜਿਹੜੀ ਵੈਦਰ ਵੇਰੀਏਬਿਲਿਟੀ ਬਹੁਤ ਵੱਧ ਗਈ ਹੈਗੀ ਆ ਔਰ ਹਰ ਸਾਲ ਹੀ ਜਿਹੜੀਆਂ ਬੜੀਆਂ ਡਿਫਰੈਂਟ ਜਿਵੇਂ ਅਨਯੂਜੂਅਲ ਵੈਦਰ ਕੰਡੀਸ਼ਨ ਸਾਨੂੰ ਦੇਖਣ ਨੂੰ ਅੱਜ ਕੱਲ੍ਹ ਮਿਲ ਰਹੀਆਂ ਨੇ। ਸੋ ਲਾਸਟ ਈਅਰ ਜਿਵੇਂ ਅਸੀਂ ਦੇਖਿਆ ਕਿ WD ਸਿਸਟਮ ਮਾਰਚ ਅਪ੍ਰੈਲ ਦੇ ਵਿੱਚ ਕੋਈ ਵੀ ਡਿਵੈਲਪ ਨਹੀਂ ਸੀ ਹੋਇਆ, ਸੋ ਬਿਲਕੁਲ ਹੀ ਡਰਾਈ ਉਹ ਦੋਨੋਂ ਮੰਥ ਸੀਗੇ। ਬਟ ਇਸ ਵਾਰੀ ਕਿਉਂਕਿ WD ਸਿਸਟਮ ਕਈ ਡਿਵੈਲਪ ਹੋ ਗਏ, ਸੋ ਬਾਰਿਸ਼ ਵੀ ਮਾਰਚ ਅਪ੍ਰੈਲ ਦੇ ਵਿੱਚ ਹੋ ਗਈ ਔਰ ਹੁਣ ਵੀ ਕਿਉਂਕਿ ਸਿਸਟਮ ਡਿਵੈਲਪ ਹੋਇਆ ਹੈਗਾ ਔਰ ਉਹਦਾ ਹੀ ਇਫੈਕਟ ਅੱਜ ਕੱਲ੍ਹ ਚੱਲ ਰਿਹਾ। ਸੋ ਪਿਛਲੇ ਕੁਝ ਦਿਨਾਂ ਤੋਂ ਵੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਕਲਾਊਡੀਨੈਸ, ਲਾਈਟ ਰੇਨ ਕਾਫੀ ਥਾਵਾਂ 'ਤੇ ਜਾਂ ਗਸਟੀ ਵਿੰਡਸ, ਲਾਈਟਨਿੰਗ ਹੁੰਦੀ ਰਹੀ ਆ। ਸੋ ਆਉਣ ਵਾਲੇ ਵੀ ਜਿਹੜੇ 2-3 ਦਿਨ ਹੈਗੇ ਆ, ਇਹਨਾਂ ਦੇ ਵਿੱਚ ਕਿਤੇ ਕਿਤੇ ਪੰਜਾਬ ਦੇ ਵਿੱਚ ਲਾਈਟਨਿੰਗ ਜਾਂ ਥੰਡਰ ਸ਼ਾਵਰ ਜਾਂ ਲਾਈਟ ਰੇਨ ਹੋ ਸਕਦੀ ਹੈ। ਸੋ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ 7 ਤਰੀਕ ਤੋਂ ਬਾਅਦ ਕਲੀਅਰ ਹੋ ਜਾਣਗੀਆਂ। ਮੈਮ ਅਗਰ ਗੱਲ ਕਰੀਏ, ਪਹਿਲਾਂ ਬਾਰਿਸ਼ ਹੁੰਦੀ ਸੀ ਤਾਂ ਲੋਕਾਂ ਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਸੀ ਕਿ ਬਾਰਿਸ਼ ਪੈ ਰਹੀ ਹੈ, ਤਾਂ ਹਰ ਬੰਦਾ ਇੱਕ ਹੀ ਗੱਲ ਕਰਦਾ ਹੁੰਦਾ ਸੀਗਾ ਕਿ ਲੱਗਦਾ ਪਹਾੜਾਂ 'ਤੇ ਹਿਮਾਚਲ ਸਾਈਡ 'ਤੇ ਬਾਰਿਸ਼ ਹੋ ਰਹੀ ਹੈ, ਇਸ ਵਜ੍ਹਾ ਦੇ ਨਾਲ ਜਾਂ ਬਰਫ਼ ਪਿਘਲ ਗਈ ਹੈ, ਇਸ ਵਜ੍ਹਾ ਦੇ ਨਾਲ ਇੱਥੇ ਮੌਸਮ ਥੋੜ੍ਹਾ ਠੰਡੀਆਂ ਹਵਾਵਾਂ ਆ ਰਹੀਆਂ, ਠੰਡਾ ਚੱਲ ਰਿਹਾ ਹੈ। ਲੇਕਿਨ ਅਗਰ ਇਹਨਾਂ ਦਿਨਾਂ 'ਚ ਗੱਲ ਕਰੀਏ ਤਾਂ ਸ਼ਿਮਲਾ ਵਰਗੇ ਵੀ ਸ਼ਹਿਰ ਦੇ ਵਿੱਚ, ਸਿਟੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਉੱਥੇ ਵੀ ਪਿਛਲੇ 17 ਸਾਲ ਦਾ ਜਿਹੜਾ ਰਿਕਾਰਡ ਹੈ ਉਹ ਟੁੱਟ ਗਿਆ ਹੈ, ਉੱਥੇ ਵੀ ਬਰਫ਼ਬਾਰੀ ਚੱਲ ਰਹੀ ਹੈ। ਜੀ ਬਿਲਕੁਲ ਜੀ, ਕਿਉਂਕਿ ਹੁਣ ਇੱਥੇ ਵੀ ਕਿਉਂਕਿ ਜਿਹੜਾ WD ਸਿਸਟਮ ਦੀ ਡਿਵੈਲਪਮੈਂਟ ਕਰਕੇ ਕਲਾਊਡੀਨੈਸ ਕੰਡੀਸ਼ਨਸ ਨੇ, ਸੋ ਜਦੋਂ ਵੀ ਕਲਾਊਡੀਨੈਸ ਹੁੰਦੀ ਹੈ ਤਾਂ ਡੇ ਟਾਈਮ ਟੈਂਪਰੇਚਰ ਉਹਦੇ ਨਾਲ ਕਾਫੀ ਫਾਲ ਕਰ ਜਾਂਦਾ ਹੈਗਾ। ਸੋ ਜਿਵੇਂ ਅੱਜ ਕੱਲ੍ਹ ਦਾ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ, ਕੱਲ੍ਹ ਦਾ ਅਸੀਂ ਮੈਕਸਿਮਮ ਟੈਂਪਰੇਚਰ 29.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ, ਜਦੋਂ ਕਿ 3 ਮਈ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਹੈਗਾ ਜੀ। ਇਸੇ ਤਰ੍ਹਾਂ ਜੇ ਅਸੀਂ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ, ਅੱਜ 17.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨਾਰਮਲ ਅੱਜ ਦਾ 20.8 ਡਿਗਰੀ ਸੈਂਟੀਗ੍ਰੇਡ ਹੈਗਾ। ਸੋ ਦੋਨੋਂ ਜਿਹੜੇ ਮੈਕਸਿਮਮ ਐਂਡ ਮਿਨੀਮਮ ਟੈਂਪਰੇਚਰ ਦੋਨੋਂ ਹੀ ਬਿਲੋ ਨਾਰਮਲ ਚੱਲ ਰਹੇ ਹੈਗੇ ਨੇ। ਅੱਛਾ ਮੈਮ, ਲਗਾਤਾਰ ਜਿਹੜਾ ਹਫਤਾ ਲਾਸਟ ਵੀਕ ਦੀ ਗੱਲ ਕਰੀਏ, ਅਪ੍ਰੈਲ ਦੀ ਲਾਸਟ ਵੀਕ ਦੀ, ਚੌਥੇ ਹਫਤੇ ਦੀ, ਤਾਂ ਇਸ ਸਟਾਰਟਿੰਗ ਹਫਤਾ ਜੋ ਕਿ ਸਟਾਰਟ ਹੋਇਆ ਮਈ ਦਾ, ਇਹਦੇ 'ਚ ਰੈਗੂਲਰ ਬਾਰਿਸ਼ ਆਉਂਦੀ ਜਾ ਰਹੀ ਹੈਗੀ ਹੈ, ਕਿ ਅੱਗੇ ਵੀ ਲੱਗਦਾ ਕਿ ਆਉਣ ਵਾਲੇ ਜਿਹੜੇ ਕੁਝ 2 ਜਾਂ 4 ਦਿਨ ਹੈਗੇ ਉਹਦੇ 'ਚ ਵੀ ਇੱਦਾਂ ਹੀ ਸੇਮ ਕੰਡੀਸ਼ਨ ਰਹੇਗੀ, ਬੂੰਦਾਬਾਂਦੀ ਜਾਂ ਬਾਰਿਸ਼ ਹੋਣਗੀਆਂ, ਹਵਾਵਾਂ ਚੱਲਣਗੀਆਂ?
ਜੀ ਸਿਸਟਮ ਪਹਿਲਾਂ ਨਾਲੋਂ ਥੋੜਾ ਵੀਕ ਤਾਂ ਜ਼ਰੂਰ ਹੋ ਗਿਆ, ਬਟ ਹਲੇ 2-3 ਦਿਨ ਇਹਦਾ ਜਿਹੜਾ ਅਸਰ ਸਾਨੂੰ ਦੇਖਣ ਲਈ ਮਿਲਣਾ ਹੈਗਾ। ਔਰ ਆਉਣ ਵਾਲੇ 2-3 ਦਿਨ ਜਿਹੜੇ ਸਕੈਟਰਡ ਐਕਟੀਵਿਟੀ ਸਾਰੇ ਪੰਜਾਬ ਵਿੱਚ ਹੀ ਕਿਤੇ ਕਿਤੇ ਹੋ ਸਕਦੀ ਹੈ, ਲਾਈਟ ਰੇਨ ਜਾਂ ਲਾਈਟਨਿੰਗ ਜਾਂ ਥੰਡਰ ਸਟਾਰਮਸ ਹੋ ਸਕਦੇ ਨੇ, ਔਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਉਹ ਕਲੀਅਰ ਹੋ ਜਾਣਗੀਆਂ। ਕਹਿਣ ਦਾ ਮਤਲਬ ਕਿ ਹਜੇ 3-4 ਜਿਹੜੇ ਮੌਜਾਂ ਮਾਰ ਰਹੇ ਲੁਧਿਆਣਾ ਵਾਸੀ ਠੰਡ ਦੀ ਜਾਂ ਠੰਡੇ ਮੌਸਮ ਦੀ, ਉਹ ਅੱਧੇ ਉਹ ਕੰਟੀਨਿਊ ਮੌਜਾਂ ਮਾਰ ਸਕਦੇ ਨੇ, ਕਿਉਂਕਿ 3-4 ਦਿਨ ਹੱਲੇ ਵੀ ਬਾਰਿਸ਼ ਰਹਿਣੀ ਹੈ ਤੇ ਮੌਸਮ ਦਾ ਤਾਪਮਾਨ ਜਿਹੜਾ ਹੈ ਉੱਪਰ ਨਹੀਂ ਜਾਣਾ, ਸਟਿਲ ਰਹੇਗਾ ਜਾਂ ਉਸ ਤੋਂ ਘੱਟ ਸਕਦਾ ਥੋੜਾ ਜੀ। ਜ਼ਿਆਦਾ ਬਾਰਿਸ਼ ਅਸੀਂ ਨਹੀਂ ਐਕਸਪੈਕਟ ਕਰਦੇ ਕਿਉਂਕਿ ਸਿਸਟਮ ਦੀ ਵੀਕਨਿੰਗ ਸਟਾਰਟ ਹੋ ਗਈ ਹੈ, ਬਟ ਲਾਈਟ ਜਿਹੜੀ ਰੇਨ ਸਕੈਟਰਡ ਪਲੇਸਿਸ ਤੇ ਕਿਤੇ ਕਿਤੇ ਹੋ ਸਕਦੀ ਹੈ। ਔਰ ਅਗਰ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦੀ ਇਸ ਟਾਈਮ ਕੀ ਕੰਡੀਸ਼ਨ ਚੱਲ ਰਹੀ ਵੈਦਰ ਦੀ? ਫਸਲਾਂ ਦੀ ਕਿਉਂਕਿ ਜਿਹੜੀਆਂ ਰੱਬੀ ਕ੍ਰੌਪਸ ਮੇਨ ਨੇ ਉਹਨਾਂ ਦੀ ਹਾਰਵੈਸਟਿੰਗ ਆਲਮੋਸਟ ਕੰਪਲੀਟ ਹੋ ਚੁੱਕੀ ਹੈ, ਸੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਕੁਛ ਇੱਕ ਹਲੇ ਹੈਗੇ ਆ ਜਿੱਥੇ ਹਲੇ ਹਾਰਵੈਸਟਿੰਗ ਨਹੀਂ ਵੀ ਹੋਈ, ਸੋ ਉਹਨਾਂ ਨੂੰ ਜ਼ਰੂਰ ਇਹ ਵਾਲੀਆਂ ਕੰਡੀਸ਼ਨਸ ਅਫੈਕਟ ਕਰ ਰਹੀਆਂ ਨੇ, ਕਿਉਂਕਿ ਜਿਹੜੀ ਔਨ ਐਂਡ ਆਫ ਲਾਈਟ ਰੇਨ ਵੀ ਹੁੰਦੀ ਆ ਉਹ ਫਿਰ ਡਿਸਟਰਬ ਕਰਦੀ ਆ ਹਾਰਵੈਸਟਿੰਗ ਆਪਰੇਸ਼ਨ ਨੂੰ। ਸੋ ਉਹਨਾਂ ਨੂੰ ਜ਼ਰੂਰ ਜਿਹੜੀਆਂ ਥੋੜ੍ਹੀ ਇਹ ਕੰਡੀਸ਼ਨਸ ਨੂੰ ਇਹਨਾਂ ਦੀ ਵੇਟ ਕਰਨੀ ਪਊਗੀ ਕਿ ਥੋੜਾ ਕਲੀਅਰ ਹੋ ਜਾਵੇ, ਫਿਰ ਉਹ ਕਰਨਗੇ। ਯਾਨੀ ਕਿ ਹੁਣ 7 ਤਰੀਕ ਤੁਸੀਂ ਕਹਿ ਰਹੇ ਹੋ, ਯਾਨੀ ਕਿ 3-4 ਦਿਨ ਜਿਹੜਾ ਮੌਸਮ ਇੱਦਾਂ ਰਹੇਗਾ, ਉਸ ਤੋਂ ਬਾਅਦ ਟੋਟਲੀ ਕਲੀਅਰ ਹੋ ਜਾਏਗਾ ਔਰ ਵੱਡਾ ਜਿਹੜਾ ਪਰਿਵਰਤਨ ਹੈ ਸਾਨੂੰ ਮੌਸਮ ਫਿਰ ਦੁਬਾਰਾ ਦੇਖਣ ਨੂੰ ਮਿਲੇਗਾ, ਜੋ ਕਿ ਅਕੋਰਡਿੰਗ ਟੂ ਮਈ ਹੋਣਾ ਚਾਹੀਦਾ ਜੀ। ਬਿਲਕੁਲ ਜੀ, 6-7 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਔਰ ਫਿਰ ਗ੍ਰੈਜੂਅਲੀ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਰਾਈਜ਼ ਆਬਜ਼ਰਵ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਦੋਸਤੋ, ਐਸੀ ਕਿ ਮੈਮ ਪਵਨੀਤ ਕੌਰ ਕਿੰਗਰਾ ਜਿਨ੍ਹਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਹਲੇ 2 ਜਾਂ 3 ਦਿਨ ਜਿਹੜੇ ਬੂੰਦਾਬਾਂਦੀ ਹੋ ਸਕਦੀ ਹੈ, ਤਾਪਮਾਨ ਜਿਹੜਾ ਵਾ ਵੱਧ ਨਹੀਂ ਸਕਦਾ ਲੇਕਿਨ ਘਟੇਗਾ ਵੀ ਨਹੀਂ। ਸੋ ਸਾਫ਼ ਤੌਰ ਤੇ ਇਹ ਕਹਿਣਾ ਕਿ 7 ਤਰੀਕ ਤੋਂ ਬਾਅਦ ਜਿਹੜਾ ਇੱਕ ਵੱਡਾ ਬਦਲਾਅ ਜਿਹੜਾ ਮੌਸਮ ਦੇ ਵਿੱਚ ਸਾਫ਼ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗਿਆ ਸੋ ਪਲੀਜ਼ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।